ਅਤੇ ਬੈੱਡ ਟਾਈਮ ਕਹਾਣੀਆਂ ਬੱਚਿਆਂ ਦੇ ਲਈ। ਗੁਲੀਵਰ ਦੀ ਯਾਤਰਾ। ਕਈ ਸਾਲ ਪਹਿਲਾਂ ਇੱਕ ਡਾਕਟਰ ਸੀ ਜਿਸ ਦਾ ਨਾਂ ਸੀ ਗੁਲੀਵਰ। ਇੱਕ ਸਮਾਂ ਅਜਿਹਾ ਆਇਆ ਜਦ ਸ਼ਹਿਰ ਵਿੱਚ ਕੰਮ ਮਿਲਣਾ ਔਖਾ ਹੋ ਗਿਆ। ਇਸ ਲਈ ਗੁਲੀਵਰ ਨੂੰ ਇੱਕ ਜਹਾਜ਼ ਤੇ ਨੌਕਰੀ ਕਰਨ ਲਈ ਜਾਣਾ ਪਿਆ ਤੇ ਇਸ ਤਰ੍ਹਾਂ ਉਸ ਦਾ ਜੀਵਨ ਸਮੁੰਦਰ ਦੇ ਤੱਟ ਤੇ ਸ਼ੁਰੂ ਹੋ ਗਿਆ। ਪਹਿਲਾਂ ਕੁਝ ਦਿਨ ਬਹੁਤ ਵਧੀਆ ਗੁਜ਼ਰੇ। ਉਹ ਜਹਾਜ਼ ਦੇ ਜੀਵਨ ਨੂੰ ਹੌਲੀ-ਹੌਲੀ ਅਪਣਾ ਰਿਹਾ ਸੀ, ਪਰ ਇੱਕ ਦਿਨ ਬਹੁਤ ਤੇਜ਼ ਤੂਫਾਨ ਆਇਆ। ਕੁਝ ਘੰਟਿਆਂ ਤੱਕ ਉੱਚੀਆਂ-ਉੱਚੀਆਂ ਲਹਿਰਾਂ ਨਾਲ ਜੱਦੋ-ਜਹਿਦ ਕਰਨ ਦੇ ਬਾਅਦ ਆਖਰ 'ਚ ਇਹ ਜਹਾਜ਼ ਪਲਟ ਗਿਆ। ਗੁਲੀਵਰ ਤੇ ਉਹਨਾਂ ਦੇ ਚਲਾਕ ਦਲ ਦੇ ਕੁਝ ਲੋਕ ਡੁੱਬਣ ਤੋਂ ਪਹਿਲਾਂ ਪਾਣੀ ਤੇ ਕੁਝ ਰੋਇੰਗ ਕਿਸ਼ਤੀਆਂ ਨੂੰ ਲਿਆਉਣ ਵਿੱਚ ਕਾਮਯਾਬ ਰਹੇ। ਉਹਨਾਂ ਦਾ ਜਹਾਜ਼ ਡੁੱਬਣ ਦੇ ਕੁਝ ਸਮੇਂ ਬਾਅਦ ਗਾਇਬ ਹੋ ਗਿਆ। ਉਹ ਜ਼ਿਆਦਾ ਚਿਰ ਤੱਕ ਇਹਨਾਂ ਰੋਇੰਗ ਬੋਟ ਤੇ ਰੁਕ ਨਹੀਂ ਸਕਦੇ ਸੀ ਅਤੇ ਕੁਝ ਹੀ ਦੇਰ ਬਾਅਦ ਇੱਕ ਤੇਜ਼ ਲਹਿਰ ਦੇ ਕਰਕੇ ਉਹਨਾਂ ਦੇ ਜਹਾਜ਼ ਦੀ ਤਰ੍ਹਾਂ ਇਹ ਕਿਸ਼ਤੀ ਵੀ ਪਲਟ ਗਈ। ਉਹ ਸਾਰੀਆਂ ਥਾਵਾਂ ਤੇ ਵਿਖਰ ਗਏ। ਘੰਟਿਆਂ ਤੱਕ ਗੁਲੀਵਰ ਪਾਣੀ ਦੇ ਉੱਤੇ ਤੈਰਨ ਲਈ ਹੱਥ ਪੈਰ ਮਾਰਦਾ ਰਿਹਾ। ਉਹ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਖਰ ਵਿੱਚ ਪਾਣੀ ਦੇ ਬਹਾਅ ਨੇ ਉਸ ਨੂੰ ਕਿਨਾਰੇ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹੁਣ ਉਹ ਬਹੁਤ ਥੱਕ ਗਿਆ ਸੀ। ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿੱਥੇ ਹੈ। ਇਸ ਤੋਂ ਇਲਾਵਾ ਉਹ ਕੁਝ ਸੋਚਣ ਸਮਝਣ ਦੀ ਹਾਲਤ ਵਿੱਚ ਵੀ ਨਹੀਂ ਸੀ। ਉਹ ਉੱਥੇ ਕਿਨਾਰੇ ਤੇ ਹੀ ਬੇਹੋਸ਼ ਹੋ ਗਿਆ। ਜਦ ਉਹਨੂੰ ਹੋਸ਼ ਆਇਆ ਤਾਂ ਉਹਨੇ ਵੇਖਿਆ ਕਿ ਉਹ ਸਿਰ ਤੋਂ ਪੈਰ ਤੱਕ ਬੰਨਿਆ ਹੋਇਆ ਹੈ ਤੇ ਉਹ ਕੁਝ ਛੋਟੇ ਕੱਦ ਦੇ ਲੋਕਾਂ ਨਾਲ ਘਿਰਿਆ ਹੋਇਆ ਹੈ। ਉਹਨਾਂ ਦੀ ਲੰਬਾਈ ਉਸ ਦੀ ਹਥੇਲੀ ਜਿੰਨੀ ਸੀ। ਹੈਰਾਨੀ ਦੇ ਨਾਲ ਗੁਲੀਵਰ ਉਹਨਾਂ ਨਿੱਕੇ ਲੋਕਾਂ ਨੂੰ ਘੂਰ ਰਿਹਾ ਸੀ ਤੇ ਉਸੇ ਹੈਰਾਨੀ ਨਾਲ ਉਹ ਲੋਕ ਵੀ ਉਹਨੂੰ ਘੂਰ ਰਹੇ ਸੀ। ਉਸੇ ਵੇਲੇ ਗੁਲੀਵਰ ਨੂੰ ਆਪਣੇ ਪਿੰਡੇ ਤੇ ਗੁਦਗੁਦੀ ਮਹਿਸੂਸ ਹੋਈ। ਜਦ ਉਸਨੇ ਆਪਣਾ ਸਿਰ ਉੱਤੇ ਚੁੱਕਿਆ ਕਿ ਕੀ ਹੋ ਰਿਹਾ ਹੈ ਤਾਂ ਉਹਨੇ ਵੇਖਿਆ ਕਿ ਉਹਦੇ ਪੂਰੇ ਸਰੀਰ ਤੇ ਛੋਟੇ-ਛੋਟੇ ਤੀਰ ਲੱਗੇ ਹੋਏ ਨੇ। ਡਰੇ ਸਹਿਮੇ ਉਹ ਛੋਟੇ ਲੋਕ ਉਸ ਨੂੰ ਤੀਰ ਮਾਰ ਰਹੇ ਸੀ। ਮਿਹਰਬਾਨੀ ਕਰਕੇ ਨਾ ਮਾਰੋ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਕੁਝ ਦਿਨ ਉਹਨਾਂ ਨੇ ਉਹਨੂੰ ਉੱਥੇ ਬੰਨ੍ਹ ਕੇ ਹੀ ਰੱਖਿਆ। ਉਹ ਉਸ ਨੂੰ ਖਾਣਾ ਪਾਣੀ ਦਿੰਦੇ ਰਹੇ। ਕੁਝ ਦਿਨ ਬੀਤ ਜਾਣ ਦੇ ਬਾਅਦ ਉਹਨਾਂ ਨੇ ਉਸ ਨੂੰ ਇੱਕ ਗੱਡੀ ਨਾਲ ਬੰਨ੍ਹਿਆ ਜਿਸ ਨੂੰ ਸੈਂਕੜੇ ਨਿੱਕੇ-ਨਿੱਕੇ ਘੋੜੇ ਖਿੱਚ ਕੇ ਉਹਨਾਂ ਦੇ ਸ਼ਹਿਰ ਵਿੱਚ ਲੈ ਗਏ। ਇਸ ਨਿੱਕੇ ਸ਼ਹਿਰ ਦਾ ਨਾਂ ਲਿਲੀਪੁਟ ਸੀ। ਉਹਨਾਂ ਨੇ ਉਸ ਦੇ ਲਈ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਬਣਾਈ, ਪਰ ਫਿਰ ਵੀ ਘਰ ਦੇ ਅੰਦਰ ਜਾਣ ਲਈ ਉਸ ਨੂੰ ਰੇਂਗ ਕੇ ਜਾਣਾ ਪੈਂਦਾ ਸੀ। ਇਹ ਵੇਖ ਕੇ ਕਿ ਗੁਲੀਵਰ ਨੇ ਉਹਨਾਂ ਦਾ ਕਦੇ ਕੋਈ ਨੁਕਸਾਨ ਨਹੀਂ ਕੀਤਾ, ਉਹਨਾਂ ਨੇ ਉਸ ਨੂੰ ਆਪਣੇ ਰਾਜਾ ਨਾਲ ਮਿਲਵਾਉਣ ਦਾ ਫੈਸਲਾ ਕੀਤਾ। ਗੁਲੀਵਰ ਨੂੰ ਰਾਜਾ ਕੋਲ ਲਿਆਂਦਾ ਗਿਆ। ਰਾਜਾ ਨੇ ਉਸ ਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ, ਪਰ ਨਾਲ ਹੀ ਹੁਕਮ ਦਿੱਤਾ ਕਿ ਉਸ ਦੇ ਲਈ ਸ਼ਹਿਰ ਵਿੱਚ ਕਿਤੇ ਵੀ ਕੋਈ ਕੰਮ ਕਰਨਾ ਜ਼ਰੂਰੀ ਹੈ ਤੇ ਉਹ ਜਿੰਨਾ ਹੋ ਸਕੇ ਉਹਨਾਂ ਦੀ ਮਦਦ ਵੀ ਕਰੇਗਾ। ਗੁਲੀਵਰ ਨੇ ਇੱਕ ਕਾਗਜ਼ ਤੇ ਦਸਤਖਤ ਕੀਤੇ ਜਿਸ ਤੇ ਲਿਖਿਆ ਸੀ ਕਿ ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ। ਮਿਸਾਲ ਦੇ ਲਈ, ਜੇ ਉਹ ਕਿਸੇ ਨੂੰ ਆਪਣੇ ਹੱਥਾਂ ਵਿੱਚ ਚੁੱਕਣਾ ਚਾਹਵੇ ਤਾਂ ਉਸ ਨੂੰ ਆਗਿਆ ਲੈਣ ਦੀ ਲੋੜ ਹੈ। ਇਹ ਸਭ ਸ਼ਰਤਾਂ ਮੰਨਣ ਤੇ ਹੀ ਉਹ ਲਿਲੀਪੁਟ ਵਿੱਚ ਰਹਿ ਸਕਦਾ ਸੀ। ਉਹ ਇਮਾਰਤਾਂ ਦੀ ਮੁਰੰਮਤ ਦੇ ਕੰਮ ਵਿੱਚ ਅਤੇ ਲੋਕਾਂ ਨੂੰ ਪਾਣੀ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਸੀ। ਕੁਝ ਦਿਨ ਬੀਤ ਜਾਣ ਦੇ ਬਾਅਦ ਉਸ ਨੂੰ ਛੋਟੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਬਾਰੇ ਪਤਾ ਲੱਗਿਆ। ਪੜੋਸੀ ਦੇਸ਼ ਦੀ ਸੈਨਾ ਲਿਲੀਪੁਟ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਤੇ ਇਸੇ ਲਈ ਉਹ ਜੰਗ ਦੀਆਂ ਤਿਆਰੀਆਂ ਕਰ ਰਹੀ ਸੀ। ਗੁਲੀਵਰ ਰਾਜਾ ਕੋਲ ਗਿਆ ਤੇ ਮਦਦ ਦੀ ਪੇਸ਼ਕਸ਼ ਕੀਤੀ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਮਹਾਰਾਜ। ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ। ਉਸਨੇ ਸਭ ਤੋਂ ਪਹਿਲਾਂ ਉਸ ਦਾ ਧੰਨਵਾਦ ਕੀਤਾ ਅਤੇ ਫਿਰ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਉਸ ਵੇਲੇ ਤੱਕ ਪੜੋਸੀ ਦੇਸ਼ ਦੇ ਜਹਾਜ਼ਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਸੀ ਤੇ ਉਹ ਆਪਣੇ ਲਈ ਹੁਕਮ ਦਾ ਇੰਤਜ਼ਾਰ ਕਰ ਰਹੇ ਸੀ। ਇਸ ਖਬਰ ਨਾਲ ਸਾਰਾ ਸ਼ਹਿਰ ਚਿੰਤਾ ਵਿੱਚ ਪੈ ਗਿਆ, ਪਰ ਦੂਜੇ ਪਾਸੇ ਗੁਲੀਵਰ ਦੇ ਲਈ ਇਹ ਬਹੁਤ ਹੀ ਸੌਖਾ ਕੰਮ ਸੀ। ਉਸਨੇ ਸਾਰਿਆਂ ਨੂੰ ਕਿਹਾ ਕਿ ਜਿੰਨਾ ਹੋ ਸਕੇ ਓਨੀਆਂ ਤਾਰਾਂ ਜਮ੍ਹਾਂ ਕਰਨ ਤੇ ਉਸ ਦੇ ਕੋਲ ਲੈ ਆਉਣ।
ਉਹ ਗੁਲੀਵਰ ਦੇ ਕਹੇ ਮੁਤਾਬਕ ਤਾਰਾਂ ਲੈ ਆਏ। ਉਸਨੇ ਉਹਨਾਂ ਸਾਰੀਆਂ ਤਾਰਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਮਜ਼ਬੂਤ ਡੋਰ ਬਣਾ ਲਈ। ਅੱਧੀ ਰਾਤ ਨੂੰ ਉਸ ਮਜ਼ਬੂਤ ਡੋਰ ਦੇ ਸਹਾਰੇ ਉਹ ਕਿਨਾਰੇ ਦੇ ਦੂਜੇ ਪਾਸੇ ਪਹੁੰਚਿਆ। ਦੁਸ਼ਮਣ ਦੀ ਨਜ਼ਰਾਂ ਤੋਂ ਬਚਦੇ ਬਚਾਉਂਦੇ ਉਹ ਦੂਜੇ ਪਾਸੇ ਦੀ ਬੰਦਰਗਾਹ ਤੇ ਜਾਣ ਵਿੱਚ ਕਾਮਯਾਬ ਰਿਹਾ। ਉਸਨੇ ਸਾਰੇ ਜਹਾਜ਼ਾਂ ਨੂੰ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤਾ ਤੇ ਬਹੁਤ ਥੋੜੇ ਜਿਹੇ ਫੌਜੀਆਂ ਦੇ ਨਾਲ ਜੋ ਉਸ ਵੇਲੇ ਜਹਾਜ਼ ਦੇ ਅੰਦਰ ਸੀ, ਉਹ ਉਹਨਾਂ ਨੂੰ ਲਿਲੀਪੁਟ ਦੇ ਕਿਨਾਰੇ ਤੱਕ ਖਿੱਚ ਕੇ ਲੈ ਆਇਆ। ਬੰਦਰਗਾਹ ਤੇ ਉਸ ਦਾ ਇੰਤਜ਼ਾਰ ਕਰ ਰਹੇ ਲੋਕ ਬਹੁਤ ਖੁਸ਼ ਸੀ। ਉਹਨਾਂ ਨੇ ਦੁਸ਼ਮਣ ਦੇ ਫੌਜੀਆਂ ਨੂੰ ਕੈਦ ਕਰ ਲਿਆ ਸੀ। ਹੁਣ ਉਹਨਾਂ ਨੂੰ ਦੁਸ਼ਮਣ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਰਾਜਾ ਨੇ ਗੁਲੀਵਰ ਦਾ ਧੰਨਵਾਦ ਕੀਤਾ ਤੇ ਉਸ ਨੂੰ ਇਨਾਮ ਦਿੱਤਾ। ਗੁਲੀਵਰ ਖੁਸ਼ ਸੀ ਕਿ ਉਸਨੇ ਰਾਜਾ ਦਾ ਭਰੋਸਾ ਹਾਸਲ ਕਰ ਲਿਆ ਸੀ। ਕੁਝ ਸਮੇਂ ਬਾਅਦ ਮਹਿਲ ਵਿੱਚ ਅੱਗ ਲੱਗ ਗਈ। ਜਿਵੇਂ ਹੀ ਗੁਲੀਵਰ ਨੇ ਅੱਗ ਦੇ ਬਾਰੇ ਸੁਣਿਆ, ਉਸਨੇ ਫਟਾਫਟ ਬੰਦਰਗਾਹ ਤੋਂ ਇੱਕ ਜਹਾਜ਼ ਲਿਆ, ਉਸ ਨੂੰ ਪਾਣੀ ਨਾਲ ਭਰ ਲਿਆ ਤੇ ਉਹ ਸਾਰਾ ਪਾਣੀ ਜਾ ਕੇ ਅੱਗ ਤੇ ਸੁੱਟ ਦਿੱਤਾ। ਅੱਗ ਉਸੇ ਵੇਲੇ ਬੁਝ ਗਈ। ਗੁਲੀਵਰ ਤੇ ਰਾਜਾ ਦਾ ਹੁਣ ਚੰਗਾ ਤਾਲਮੇਲ ਬਣ ਗਿਆ ਸੀ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਾਜਾ ਹਮੇਸ਼ਾ ਗੁਲੀਵਰ ਦੀ ਸਲਾਹ ਲੈਂਦਾ ਸੀ। ਇਹ ਗੱਲ ਬਾਕੀ ਸਲਾਹਕਾਰਾਂ ਨੂੰ ਖਟਕਣ ਲੱਗ ਪਈ ਸੀ। ਉਹ ਗੁਲੀਵਰ ਤੋਂ ਖਾਰ ਖਾਣ ਲੱਗ ਪਏ ਸੀ। ਮਹਾਰਾਜ, ਅਸੀਂ ਇਹ ਸੁਣਿਆ ਹੈ ਕਿ ਗਲੀਵਰ ਮਜ਼ਬੂਤ ਪਕੜ ਬਣਾ ਕੇ ਲਿਲੀਪੁਟ ਦੇ ਰਾਜਾ ਦੀ ਥਾਂ ਲੈਣ ਦੀ ਸਾਜ਼ਿਸ਼ ਕਰ ਰਿਹਾ ਹੈ। ਸੱਚ ਕਹਿ ਰਿਹਾ ਹੈ? ਹਾਂ ਮਹਾਰਾਜ, ਉਹ ਕਿੰਨਾ ਸ਼ਕਤੀਸ਼ਾਲੀ ਹੈ ਅਸੀਂ ਸਾਰੇ ਜਾਣਦੇ ਹਾਂ। ਜੇ ਉਹ ਸਾਡੇ ਤੇ ਹਮਲਾ ਕਰਦਾ ਹੈ ਤਾਂ ਅਸੀਂ ਆਪਣਾ ਬਚਾਅ ਨਹੀਂ ਕਰ ਸਕਦੇ। ਅਸੀਂ ਹਮੇਸ਼ਾ ਇਸ ਤਰ੍ਹਾਂ ਡਰ ਕੇ ਨਹੀਂ ਰਹਿ ਸਕਦੇ। ਜਨਤਾ ਵੀ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਰਾਜਾ ਆਪਣੇ ਸਲਾਹਕਾਰਾਂ ਤੋਂ ਬਹੁਤ ਪ੍ਰਭਾਵਿਤ ਸੀ, ਸੋ ਉਸਨੇ ਗੁਲੀਵਰ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਸ ਦੇ ਅੱਜ ਤੱਕ ਦੇ ਚੰਗੇ ਰਵੱਈਏ ਨੂੰ ਵੇਖਦੇ ਹੋਏ ਅਸੀਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਦੇਣਾ ਚਾਹੁੰਦੇ। ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਏਗੀ ਅਤੇ ਉਸ ਨੂੰ ਸ਼ਹਿਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹਦਾ ਖਾਣਾ ਵੀ ਬੰਦ ਕਰ ਦਿੱਤਾ ਜਾਏਗਾ। ਜਦੋਂ ਮਹਿਲ ਦਾ ਇੱਕ ਕਾਰਜਕਰਤਾ ਜੋ ਗੁਲੀਵਰ ਨੂੰ ਪਸੰਦ ਕਰਦਾ ਸੀ, ਉਸਨੇ ਰਾਜਾ ਦਾ ਫੈਸਲਾ ਸੁਣਿਆ ਤਾਂ ਉਹ ਉਸੇ ਵੇਲੇ ਇਹ ਗੱਲ ਗੁਲੀਵਰ ਨੂੰ ਦੱਸਣ ਲਈ ਉਹਦੇ ਕੋਲ ਪਹੁੰਚਿਆ। ਮੈਂ ਰਾਜਾ ਨਾਲ ਗੱਲ ਕਰਕੇ ਉਹਨਾਂ ਦਾ ਮਨ ਬਦਲ ਸਕਦਾ ਹਾਂ। ਪਰ ਫੈਸਲਾ ਹੋ ਚੁੱਕਿਆ ਸੀ ਤੇ ਰਾਜਾ ਦਾ ਮਨ ਬਦਲਣ ਦਾ ਕੋਈ ਇਰਾਦਾ ਨਹੀਂ ਸੀ। ਗੁਲੀਵਰ ਸਮਝ ਚੁੱਕਿਆ ਸੀ ਕਿ ਹੁਣ ਉਸਦੇ ਕੋਲ ਇੱਕ ਹੀ ਰਸਤਾ ਸੀ, ਉੱਥੋਂ ਨਿਕਲ ਜਾਣਾ। ਸੋ ਰਾਤ ਨੂੰ ਉਹ ਆਪਣੇ ਨਾਲ ਦੁਸ਼ਮਣ ਜਹਾਜ਼ਾਂ ਨੂੰ ਬੰਦਰਗਾਹ ਤੇ ਲੈ ਗਿਆ ਅਤੇ ਦਵੀਪ ਦੇ ਪਾਰ ਜਾਣ ਲੱਗਾ। ਉਹ ਕੁਝ ਤੁਰਿਆ, ਕੁਝ ਤੈਰ ਕੇ ਗਿਆ ਤੇ ਅਖੀਰ ਵਿੱਚ ਦਵੀਪ ਤੇ ਆਇਆ, ਜਿਸ ਨੂੰ ਲੋਕ ਦੁਸ਼ਮਣ ਦਾ ਦਵੀਪ ਕਹਿੰਦੇ ਸੀ। ਜਦ ਗੁਲੀਵਰ ਨੇ ਉਹਨਾਂ ਨੂੰ ਉਹਨਾਂ ਦੇ ਜਹਾਜ਼ ਵਾਪਸ ਕੀਤੇ, ਉਹ ਸਮਝ ਗਏ ਕਿ ਉਸ ਦਾ ਇਰਾਦਾ ਬੁਰਾ ਨਹੀਂ ਸੀ। ਉਹਨਾਂ ਨੇ ਗੁਲੀਵਰ ਨੂੰ ਆਪਣੇ ਇੱਕ ਬੰਦੇ ਦੇ ਨਾਲ ਰਾਜਾ ਨੂੰ ਮਿਲਣ ਦੇ ਲਈ ਭੇਜਿਆ। ਰਾਜਾ ਨੇ ਗੁਲੀਵਰ ਦਾ ਪੂਰੇ ਦਿਲ ਨਾਲ ਸਵਾਗਤ ਕੀਤਾ ਤੇ ਗੁਲੀਵਰ ਨੇ ਵੀ ਉਹਨਾਂ ਨੂੰ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਹੋਇਆ ਸੀ। ਰਾਜਾ ਨੇ ਕਿਹਾ ਕਿ ਉਹ ਜਦ ਤੱਕ ਚਾਹੇ ਉਹਨਾਂ ਦੇ ਕੋਲ ਰਹਿ ਸਕਦਾ ਹੈ। ਉਹਨਾਂ ਦੇ ਜਹਾਜ਼ ਚੋਰੀ ਕਰਨ ਦੇ ਬਾਵਜੂਦ ਉਹਨਾਂ ਦਾ ਆਪਣੇ ਪ੍ਰਤੀ ਵਿਵਹਾਰ ਵੇਖ ਕੇ ਉਹ ਹੈਰਾਨ ਰਹਿ ਗਿਆ, ਕਿਉਂਕਿ ਅਜਿਹਾ ਵਿਵਹਾਰ ਉਸਨੇ ਲਿਲੀਪੁਟ ਵਿੱਚ ਨਹੀਂ ਵੇਖਿਆ ਸੀ। ਗੁਲੀਵਰ ਰਾਤ ਨੂੰ ਬਾਹਰ ਰਹਿ ਰਿਹਾ ਸੀ ਕਿਉਂਕਿ ਉਸ ਦੇ ਲਈ ਉੱਥੇ ਕੋਈ ਇੰਨਾ ਵੱਡਾ ਘਰ ਨਹੀਂ ਸੀ। ਲਿਲੀਪੁਟ ਦੇ ਲੋਕ ਇਹਨਾਂ ਨੂੰ ਆਪਣਾ ਦੁਸ਼ਮਣ ਸਮਝਦੇ ਨੇ, ਪਰ ਅਸਲ ਵਿੱਚ ਇਹ ਤਾਂ ਕਿੰਨੇ ਚੰਗੇ ਲੋਕ ਨੇ। ਇੱਕ ਦਿਨ ਇੰਝ ਘੁੰਮਦੇ ਘੁੰਮਦੇ ਉਸ ਨੂੰ ਉੱਥੇ ਇੱਕ ਕਿਸ਼ਤੀ ਵਿਖੀ, ਜੋ ਬਿਲਕੁਲ ਉਵੇਂ ਦੀ ਕਿਸ਼ਤੀ ਸੀ ਜਿਸ ਤੇ ਉਹ ਸਵਾਰ ਹੋਏ ਸੀ ਜਦੋਂ ਉਹਨਾਂ ਦੀ ਰੋਇੰਗ ਬੋਟ ਡੁੱਬ ਗਈ ਸੀ। ਕੋਈ ਸ਼ੱਕ ਨਹੀਂ ਕਿ ਸਾਡੀ ਕਸ਼ਤੀ ਇਸੇ ਕਿਨਾਰੇ ਨਾਲ ਟਕਰਾਈ ਸੀ। ਉਹ ਉਸੇ ਵੇਲੇ ਰਾਜਾ ਦੇ ਕੋਲ ਗਿਆ। ਰਾਜਾ ਨੇ ਉਸ ਦੀ ਲੋੜ ਦੇ ਮੁਤਾਬਕ ਉਸ ਨੂੰ ਆਦਮੀ ਦਿੱਤੇ। ਉਹ ਸਾਰੇ ਕਿਸ਼ਤੀ ਦੀ ਮੁਰੰਮਤ ਕਰਨ ਲੱਗੇ। ਕੁਝ ਹੀ ਦਿਨਾਂ ਵਿੱਚ ਕਿਸ਼ਤੀ ਕਿਨਾਰੇ ਤੇ ਤਿਆਰ ਸੀ। ਗੁਲੀਵਰ ਬਹੁਤ ਖੁਸ਼ ਹੋਇਆ ਕਿਉਂਕਿ ਆਖਰਕਾਰ ਉਹ ਛੋਟੇ ਲੋਕਾਂ ਦਾ ਰਾਜ ਛੱਡ ਕੇ ਆਪਣੇ ਘਰ ਜਾ ਸਕਦਾ ਸੀ। ਉਸਨੇ ਰਾਜਾ ਤੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਸਵਾਗਤ ਕੀਤਾ ਸੀ। ਹੁਣ ਇੱਕ ਵੱਡੇ ਸਮੁੰਦਰ ਵਿੱਚ ਇੱਕ ਛੋਟੀ ਕਿਸ਼ਤੀ ਤੇ ਇੱਕ ਮੁਸ਼ਕਲ ਸਫ਼ਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਓਹੋ, ਇਹੋ ਜਿਹਾ ਛੋਟਾ ਤੂਫਾਨ ਵੀ ਮੇਰੀ ਕਸ਼ਤੀ ਨੂੰ ਡੁਬੋ ਦੇਵੇਗਾ। ਸਮੁੰਦਰ ਤੇ ਕੁਝ ਦਿਨਾਂ ਬਾਅਦ ਉਸ ਦੇ ਸਾਹਮਣੇ ਇੱਕ ਜਹਾਜ਼ ਆਇਆ। ਉਸਨੇ ਮਦਦ ਦੇ ਲਈ ਹੌਕਾ ਮਾਰਨਾ ਸ਼ੁਰੂ ਕੀਤਾ। ਸੁਣੋ, ਕੋਈ ਹੈ?
मेरी मदद करो, हे रब्बा। आखिर उन्होंने सुन लिया। वो रोइंग बोट ते कोल गए ते गुलीवर ਨੂੰ ਆਪਣੇ ਜਹਾਜ਼ ਤੇ ਲੈ ਗਏ। ਤੇ ਹੁਣ ਗੁਲੀਵਰ ਸੁਰੱਖਿਅਤ ਸੀ। ਉਹ ਸਾਰਿਆਂ ਨੂੰ ਉਸ ਬਾਰੇ ਦੱਸਣ ਲਈ ਉਤਸ਼ਾਹਤ ਸੀ ਜੋ ਉਹਦੇ ਨਾਲ ਹੋਇਆ ਸੀ। ਨਿੱਕੇ ਲੋਕ, ਲਿਲੀਪੁਟ ਰਾਜ ਤੇ 2 ਰਾਜਾਂ ਦੇ ਰਾਜਾ। ਉਸਨੇ ਸੋਚਿਆ ਜੋ ਕੁਝ ਵੀ ਉਸ ਨਾਲ ਹੋਇਆ ਸੀ ਕੀ ਕੋਈ ਸੁਣ ਕੇ ਉਸ ਤੇ ਵਿਸ਼ਵਾਸ ਕਰੇਗਾ। ਗੁਲੀਵਰ ਬਹੁਤ ਖੁਸ਼ ਸੀ ਕਿਉਂਕਿ ਉਹ ਆਪਣੇ ਘਰ ਜਾ ਰਿਹਾ ਸੀ ਤੇ ਆਪਣੇ ਪਰਿਵਾਰ ਨੂੰ ਇੰਨੇ ਚਿਰ ਬਾਅਦ ਮਿਲਣ ਵਾਲਾ ਸੀ। ਪਰ ਨਾਲ ਹੀ ਉਸ ਨੂੰ ਇਹ ਵੀ ਮਹਿਸੂਸ ਹੋਇਆ ਕਿ ਹੋਰ ਵੀ ਕਿੰਨੇ ਸਾਰੇ ਅਜੂਬੇ ਸੀ ਜੋ ਸਮੁੰਦਰ ਵਿੱਚ ਉਸ ਦਾ ਇੰਤਜ਼ਾਰ ਕਰ ਰਹੇ ਸੀ। ਅਤੇ ਬੱਚਿਆਂ ਦੇ ਲਈ ਬੈੱਡ ਟਾਈਮ ਕਹਾਣੀਆਂ। ਜੰਗਲੀ ਹੰਸ। ਇੱਕ ਵਾਰ ਦੂਰ ਦੇਸ਼ ਵਿੱਚ 11 ਪੁੱਤਰਾਂ ਤੇ ਇੱਕ ਧੀ ਦੇ ਨਾਲ ਇੱਕ ਰਾਜਾ ਰਹਿੰਦਾ ਸੀ। ਜਦੋਂ ਉਸ ਦੀ ਘਰਵਾਲੀ ਗੁਜ਼ਰ ਗਈ ਤਾਂ ਕੁਝ ਸਮੇਂ ਬਾਅਦ ਰਾਜਾ ਨੇ ਫੇਰ ਤੋਂ ਵਿਆਹ ਕਰ ਲਿਆ। ਉਹ ਇਹ ਨਹੀਂ ਜਾਣਦਾ ਸੀ ਕਿ ਨਵੀਂ ਰਾਣੀ ਅਸਲ ਵਿੱਚ ਇੱਕ ਚੁੜੈਲ ਸੀ। ਉਹ ਰਾਜਾ ਦੀ ਪਹਿਲੀ ਘਰਵਾਲੀ ਤੇ ਬੱਚਿਆਂ ਨੂੰ ਪਸੰਦ ਨਹੀਂ ਕਰਦੀ ਸੀ। ਉਹ ਹਮੇਸ਼ਾ ਉਹਨਾਂ ਦੇ ਬਾਰੇ 'ਚ ਰਾਜਾ ਨੂੰ ਸ਼ਿਕਾਇਤ ਕਰਦੀ ਰਹਿੰਦੀ ਤੇ ਉਹਨਾਂ ਨੂੰ ਮਹਿਲ ਤੋਂ ਬਾਹਰ ਕੱਢਣ ਦੇ ਨਵੇਂ-ਨਵੇਂ ਤਰੀਕੇ ਲੱਭਦੀ ਰਹਿੰਦੀ। ਬੱਚੇ ਬੜੇ ਬਦਮਾਸ਼ ਨੇ, ਨੌਕਰਾਣੀਆਂ ਰੋਜ਼ ਉਹਨਾਂ ਦੀਆਂ ਸ਼ਿਕਾਇਤਾਂ ਕਰਦੀਆਂ ਨੇ। ਨਵੀਂ ਰਾਣੀ ਨੇ ਬਹੁਤ ਸ਼ਿਕਾਇਤਾਂ ਕੀਤੀਆਂ। ਹੌਲੀ-ਹੌਲੀ ਰਾਜਾ ਨੂੰ ਇਹਨਾਂ ਅਫਵਾਹਾਂ ਤੇ ਵਿਸ਼ਵਾਸ ਹੋਣ ਲੱਗਾ। ਸਭ ਤੋਂ ਪਹਿਲਾਂ ਰਾਜਾ ਨੇ ਆਪਣੀ ਧੀ ਨੂੰ ਨੇੜੇ ਦੇ ਖੇਤ ਵਿੱਚ ਭੇਜ ਦਿੱਤਾ। ਉਹ 15 ਸਾਲ ਦੀ ਉਮਰ ਤੱਕ ਕਿਸਾਨ ਪਰਿਵਾਰ ਦੇ ਨਾਲ ਰਹਿਣ ਵਾਲੀ ਸੀ। ਮਾੜੇ ਦਿਲ ਵਾਲੀ ਰਾਣੀ ਮੁੰਡਿਆਂ ਨੂੰ ਵੀ ਦੂਰ ਭੇਜਣਾ ਚਾਹੁੰਦੀ ਸੀ, ਪਰ ਉਹ ਬਹੁਤ ਛੋਟੇ ਸੀ, ਇਸ ਲਈ ਰਾਜਾ ਨੇ ਮਨਜ਼ੂਰੀ ਨਹੀਂ ਦਿੱਤੀ। ਪਰ ਉਸ ਨੇ ਉਹਨਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਣ ਤੋਂ ਮਨਾ ਕਰ ਦਿੱਤਾ। ਇੱਕ ਰਾਤ ਰਾਣੀ ਉਹਨਾਂ ਦੇ ਕਮਰੇ 'ਚ ਆਈ ਤੇ ਇੱਕ ਮੰਤਰ ਨਾਲ ਉਹਨਾਂ ਨੂੰ 11 ਜੰਗਲੀ ਹੰਸਾਂ ਵਿੱਚ ਬਦਲ ਦਿੱਤਾ। ਉਸਨੇ ਫਿਰ ਬਾਰੀ ਖੋਲੀ ਤੇ ਕਮਰੇ ਤੋਂ ਬਾਹਰ ਚਲੀ ਗਈ। ਮੁੰਡੇ ਜੋ ਹੁਣ ਜੰਗਲੀ ਹੰਸ ਸੀ ਬਾਰੀ ਤੋਂ ਬਾਹਰ ਉੱਡ ਗਏ। ਸਾਲਾਂ ਬੀਤ ਚੁੱਕੇ ਸੀ ਤੇ ਕੁੜੀ ਹੁਣ 15 ਸਾਲਾਂ ਦੀ ਹੋ ਚੁੱਕੀ ਸੀ। ਉਸੇ ਦਿਨ ਉਹ ਮਹਿਲ 'ਚ ਵਾਪਸ ਆਈ। ਜਦ ਉਹ ਆਪਣੇ ਪਿਓ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਸੀ, ਮਤਰੇਈ ਮਾਂ ਰਾਣੀ ਨੇ ਉਸ ਨੂੰ ਵੇਖ ਲਿਆ। ਇਹ ਵੇਖ ਕੇ ਕਿ ਉਹ ਹੁਣ ਬਹੁਤ ਸੋਹਣੀ ਮੁਟਿਆਰ ਬਣ ਗਈ ਹੈ, ਰਾਣੀ ਉਸ ਤੋਂ ਈਰਖਾ ਕਰਨ ਲੱਗੀ ਤੇ ਨਾਲੇ ਉਸ ਦੇ ਮਨ ਵਿੱਚ ਇਹ ਗੱਲ ਵੀ ਚੁੱਭ ਰਹੀ ਸੀ ਕਿ ਉਹ ਮਹਿਲ 'ਚ ਵਾਪਸ ਕਿਉਂ ਆ ਗਈ ਹੈ। ਆਪਣੇ ਪਿਤਾ ਦੇ ਮਹਿਲ ਵਿੱਚ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਕਰਦੇ ਰਾਜਕੁਮਾਰੀ ਨੂੰ ਪਤਾ ਹੀ ਨਹੀਂ ਚੱਲਿਆ ਕਦ ਉਸ ਨੂੰ ਨੀਂਦਰ ਆ ਗਈ। ਰਾਣੀ ਉਸ ਦੇ ਕਮਰੇ 'ਚ ਗਈ ਤੇ ਉਸ ਤੇ ਜਾਦੂ ਕਰ ਦਿੱਤਾ। ਅਚਾਨਕ ਰਾਜਕੁਮਾਰੀ ਦੇ ਵਾਲ ਗੰਦੇ ਹੋ ਗਏ, ਉਸ ਦਾ ਚਿਹਰਾ ਬਦਸ਼ਕਲਾ ਹੋ ਗਿਆ ਤੇ ਹੁਣ ਸਭ ਕੁਝ ਕਾਲਾ ਹੋ ਗਿਆ ਸੀ। ਰਾਜਾ ਜਦੋਂ ਮਹਿਲ ਵਿੱਚ ਵਾਪਸ ਆਇਆ ਤਾਂ ਇਹ ਪਤਾ ਚੱਲਣ ਤੇ ਕਿ ਉਸ ਦੀ ਧੀ ਵਾਪਸ ਆ ਗਈ ਹੈ, ਉਹ ਬਹੁਤ ਖੁਸ਼ ਹੋਇਆ। ਪਰ ਜੋ ਕੁੜੀ ਉੱਥੇ ਸੁੱਤੀ ਪਈ ਸੀ ਉਹ ਤੇ ਬਿਲਕੁਲ ਉਸ ਦੀ ਧੀ ਵਰਗੀ ਨਹੀਂ ਲੱਗਦੀ ਸੀ। ਇਹ ਮੇਰੀ ਧੀ ਨਹੀਂ ਹੈ। ਮੈਂ ਉਸ ਨੂੰ ਐਸੇ ਵੇਲੇ ਇਸ ਮਹਿਲ ਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹਾਂ। ਇਹ ਹੁਕਮ ਦੇ ਕੇ ਰਾਜਾ ਕਮਰੇ ਤੋਂ ਬਾਹਰ ਨਿਕਲ ਗਿਆ। ਰਾਜਾ ਦੇ ਪਹਿਰੇਦਾਰਾਂ ਨੇ ਰਾਜਕੁਮਾਰੀ ਨੂੰ ਜਗਾਇਆ ਤੇ ਉਸ ਨੂੰ ਮਹਿਲ ਤੋਂ ਬਾਹਰ ਲੈ ਗਏ। ਉਸ ਦੀ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਉਹਨਾਂ ਨੇ ਉਸ ਨੂੰ ਇੱਕ ਵਾਰ ਵੀ ਰਾਜਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਵਿਚਾਰੀ ਰਾਜਕੁਮਾਰੀ ਰੋਂਦੇ ਰੋਂਦੇ ਚਲੀ ਗਈ ਕਿਉਂਕਿ ਹੁਣ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਘੱਟੋ ਘੱਟ ਆਪਣੇ ਭਰਾਵਾਂ ਨੂੰ ਲੱਭਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੀ।
ਜੰਗਲ ਵਿੱਚ ਟਹਿਲਦੇ ਹੋਏ ਰਾਜਕੁਮਾਰੀ ਨੂੰ ਇੱਕ ਬੁੱਢੀ ਮਿਲੀ। ਉਸਨੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਪੁੱਛਿਆ, ਕੀ ਤੁਸੀਂ 11 ਨੌਜਵਾਨ ਰਾਜਕੁਮਾਰਾਂ ਨੂੰ ਇੱਥੇ ਵੇਖਿਆ? ਮੇਰੀ ਪਿਆਰੀ ਬੱਚੀਏ, ਮੈਂ 11 ਰਾਜਕੁਮਾਰ ਤਾਂ ਨਹੀਂ ਵੇਖੇ, ਪਰ ਮੈਂ ਹਰ ਸ਼ਾਮ 11 ਜੰਗਲੀ ਹੰਸ ਜ਼ਰੂਰ ਵੇਖੇ ਨੇ। ਉਹ ਇੱਥੇ ਕਿਨਾਰੇ ਤੇ ਹੀ ਰਹਿੰਦੇ ਨੇ। ਨੌਜਵਾਨ ਰਾਜਕੁਮਾਰੀ ਉਦਾਸ ਹੋ ਕੇ ਉੱਥੋਂ ਚਲੀ ਗਈ ਤੇ ਕਿਨਾਰੇ ਤੇ ਪਹੁੰਚੀ। ਸੂਰਜ ਢਲਣ ਦੇ ਨੇੜੇ ਤੇੜੇ 11 ਜੰਗਲੀ ਹੰਸ, ਜਿਨ੍ਹਾਂ ਦੇ ਬਾਰੇ 'ਚ ਬੁੱਢੀ ਦੱਸ ਰਹੀ ਸੀ, ਉੱਥੇ ਆ ਗਏ। ਸੂਰਜ ਢਲਣ ਤੋਂ ਬਾਅਦ 11 ਹੰਸ 11 ਸੋਹਣੇ ਰਾਜਕੁਮਾਰਾਂ ਦੇ ਵਿੱਚ ਬਦਲ ਗਏ, ਜਿਸ ਨੂੰ ਵੇਖ ਕੇ ਰਾਜਕੁਮਾਰੀ ਹੈਰਾਨ ਰਹਿ ਗਈ। ਉਸ ਨੌਜਵਾਨ ਕੁੜੀ ਨੇ ਆਪਣੇ ਭਰਾਵਾਂ ਨੂੰ ਉਸੇ ਵੇਲੇ ਪਛਾਣ ਲਿਆ ਤੇ ਉਹ ਉਹਨਾਂ ਵੱਲ ਭੱਜਣ ਲੱਗੀ। ਜਦੋਂ ਭੱਜ ਰਹੀ ਸੀ ਤਾਂ ਉਹ ਇੱਕ ਵਾਰੀ ਫੇਰ ਤੋਂ ਇੱਕ ਸੋਹਣੀ ਰਾਜਕੁਮਾਰੀ ਵਿੱਚ ਬਦਲ ਗਈ ਤੇ ਬੇਸ਼ੱਕ ਉਹਦੇ ਭਰਾਵਾਂ ਨੇ ਤੁਰੰਤ ਉਹਨੂੰ ਪਛਾਣ ਲਿਆ। ਖੁਸ਼ੀ ਤੇ ਉਤਸ਼ਾਹ ਨਾਲ ਉਹ ਇੱਕ ਦੂਜੇ ਦੇ ਗਲ ਲੱਗੇ। ਦੁਸ਼ਟ ਰਾਣੀ ਦਾ ਜਾਦੂ ਟੁੱਟ ਗਿਆ। ਇਹ ਉਹਨਾਂ ਦੇ ਪਰਿਵਾਰਕ ਪ੍ਰੇਮ ਦੀ ਤਾਕਤ ਸੀ। ਗਿਆਰਾਂ ਰਾਜਕੁਮਾਰਾਂ ਨੇ ਨੌਜਵਾਨ ਰਾਜਕੁਮਾਰੀ ਨੂੰ ਆਪਣੀ ਕਹਾਣੀ ਸੁਣਾਈ ਕਿ ਉਹ ਸਿਰਫ ਰਾਤ ਵਿੱਚ ਇਨਸਾਨ ਹੋ ਸਕਦੀ ਸੀ ਤੇ ਸਵੇਰ ਹੁੰਦੇ ਹੀ ਉਹ 11 ਜੰਗਲੀ ਹੰਸਾਂ ਵਿੱਚ ਬਦਲ ਜਾਂਦੇ ਸੀ। ਤੇ ਕਿਉਂਕਿ ਹੁਣ ਸਵੇਰ ਤਕਰੀਬਨ ਖਤਮ ਹੋ ਚੁੱਕੀ ਸੀ, ਉਹਨਾਂ ਨੇ ਉਸ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਸ਼ਤੀ ਵਰਗੀ ਇੱਕ ਟੋਕਰੀ ਬਣਾਈ, ਉਹਦੇ ਵਿੱਚ ਉਸ ਨੂੰ ਬਿਠਾਇਆ ਤੇ ਜਦੋਂ ਉਹ ਤਿਆਰ ਸੀ, ਸੂਰਜ ਉੱਤੇ ਆਇਆ ਤੇ ਇੱਕ ਵਾਰ ਫਿਰ ਉਹ ਜੰਗਲੀ ਹੰਸਾਂ ਦੇ ਵਿੱਚ ਬਦਲ ਗਏ। ਜੰਗਲੀ ਹੰਸਾਂ ਨੇ ਟੋਕਰੀ ਨੂੰ ਚੁੱਕ ਲਿਆ ਤੇ ਉਹ ਕਿਨਾਰੇ ਤੋਂ ਉੱਡਣ ਲੱਗੇ। ਨੌਜਵਾਨ ਰਾਜਕੁਮਾਰੀ ਨੂੰ ਆਪਣੇ ਭਰਾਵਾਂ ਨਾਲ ਉੱਡਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ, ਜਿਵੇਂ ਕਿ ਇਹ ਕੋਈ ਸੁਪਨਾ ਹੋਵੇ। ਥੋੜੀ ਦੇਰ ਬਾਅਦ ਉਹ ਸੌਂ ਗਈ। ਆਪਣੇ ਸੁਪਨੇ ਵਿੱਚ ਉਸਨੇ ਬੱਦਲਾਂ ਵਿੱਚੋਂ ਇੱਕ ਪਰੀ ਨੂੰ ਵੇਖਿਆ। ਜੇ ਤੂੰ ਚਾਹੁੰਦੀ ਹੈ ਕਿ ਤੇਰੇ ਭਰਾ ਹਮੇਸ਼ਾ ਵਾਸਤੇ ਪਹਿਲਾਂ ਵਰਗੇ ਬਣ ਜਾਣ, ਤਾਂ ਤੈਨੂੰ ਬਿਛੂਆ ਪੀੜ ਦੇ ਧਾਗੇ ਤੋਂ ਉਹਨਾਂ ਦੇ ਲਈ ਜੈਕਟ ਬਣਾਉਣੀ ਹੋਣਗੇ। ਪਰ ਜਦ ਤੱਕ ਤੂੰ ਸਭ ਦੇ ਲਈ ਜੈਕਟ ਨਹੀਂ ਬਣਾ ਲੈਂਦੀ, ਉਦੋਂ ਤੱਕ ਇਸ ਦੇ ਬਾਰੇ 'ਚ ਕਿਸੇ ਨੂੰ ਵੀ ਨਹੀਂ ਦੱਸਣਾ, ਨਹੀਂ ਤਾਂ ਇਹ ਹਮੇਸ਼ਾ ਦੇ ਲਈ ਹੰਸ ਬਣ ਕੇ ਰਹਿ ਜਾਣਗੇ। ਇਹ ਸਲਾਹ ਦੇਣ ਤੋਂ ਬਾਅਦ ਪਰੀ ਗਾਇਬ ਹੋ ਗਈ। ਮੁਟਿਆਰ ਰਾਜਕੁਮਾਰੀ ਨੇ ਆਪਣੇ ਭਰਾਵਾਂ ਨੂੰ ਆਪਣੇ ਸੁਪਨੇ ਦੇ ਬਾਰੇ ਕੁਝ ਨਹੀਂ ਦੱਸਿਆ। ਉਸ ਦੇ ਭਰਾਵਾਂ ਨੇ ਉਸ ਨੂੰ ਨੇੜੇ ਦੀ ਜ਼ਮੀਨ ਤੇ ਛੱਡ ਦਿੱਤਾ ਤੇ ਛੇਤੀ ਵਾਪਸ ਆਉਣ ਦਾ ਵਾਅਦਾ ਕਰਕੇ ਉਹ ਉੱਡ ਗਏ। ਰਾਜਕੁਮਾਰੀ ਨੇ ਜੈਕਟ ਦੇ ਲਈ ਚੁੱਭਣ ਵਾਲਾ ਰੇਸ਼ਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਪਰ ਹਰ ਵਾਰ ਜਦੋਂ ਉਹ ਰੇਸ਼ੇ ਨੂੰ ਹੱਥ ਲਾਉਂਦੀ, ਉਹਦੇ ਹੱਥ ਜ਼ਖਮੀ ਹੋ ਜਾਂਦੇ। ਪਰ ਉਸਨੇ ਦਰਦ ਦੀ ਪਰਵਾਹ ਨਹੀਂ ਕੀਤੀ ਤੇ ਰੇਸ਼ਾ ਇਕੱਠਾ ਕਰਦੀ ਰਹੀ। ਅਚਾਨਕ ਉਸਨੂੰ ਇੱਕ ਰਾਜਕੁਮਾਰ ਨੇ ਵੇਖਿਆ ਜੋ ਸ਼ਿਕਾਰ ਕਰ ਰਿਹਾ ਸੀ। ਰਾਜਕੁਮਾਰ ਰਾਜਕੁਮਾਰੀ ਦੇ ਰੂਪ ਤੇ ਮਹਿਲ ਹੋ ਗਿਆ ਤੇ ਇਸੇ ਲਈ ਰਾਜਕੁਮਾਰੀ ਨਾਲ ਗੱਲ ਕਰਨ ਦਾ ਬਹਾਨਾ ਲੱਭਣ ਦੇ ਲਈ ਉਹ ਉਸੇ ਰਸਤੇ ਤੋਂ ਲੰਘਣ ਲੱਗਾ। ਹੇ ਸੋਹਣੀ ਮੁਟਿਆਰੇ, ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇੱਥੇ ਵੇਖ ਰਿਹਾ ਹਾਂ। ਤੁਸੀਂ ਆਪਣੇ ਨਾਜ਼ੁਕ ਹੱਥਾਂ ਨਾਲ ਚੁੱਭਣ ਵਾਲੇ ਰੇਸ਼ੇ ਕਿਉਂ ਇਕੱਠਾ ਕਰ ਰਹੇ ਹੋ? ਪਰ ਕਿਉਂਕਿ ਰਾਜਕੁਮਾਰੀ ਆਪਣੀ ਯੋਜਨਾ ਦੇ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੀ ਸੀ, ਸੋ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਇਸ ਰਾਜ ਦਾ ਰਾਜਕੁਮਾਰ ਹਾਂ ਤੇ ਮੈਂ ਤੁਹਾਨੂੰ ਆਪਣੇ ਮਹਿਲ ਵਿੱਚ ਆਉਣ ਦਾ ਸੱਦਾ ਦੇਣਾ ਚਾਹੁੰਦਾ ਹਾਂ। ਰਾਜਕੁਮਾਰੀ ਨੇ ਬੁਲਾਵਾ ਸਵੀਕਾਰ ਕੀਤਾ, ਇਹ ਸੋਚ ਕੇ ਕਿ ਉਹ ਮਹਿਲ ਵਿੱਚ ਜ਼ਿਆਦਾ ਸੁਰੱਖਿਅਤ ਰਹੇਗੀ ਤੇ ਇਸ ਨਾਲ ਉਹ ਆਪਣੇ ਭਰਾਵਾਂ ਨੂੰ ਛੇਤੀ ਬਚਾ ਵੀ ਸਕੇਗੀ। ਮਹਿਲ ਵਿੱਚ ਆਪਣੇ ਦਿਨ ਬਿਤਾਉਂਦੇ ਹੋਏ ਰਾਜਕੁਮਾਰੀ ਨੇ ਚੁੱਪ-ਚਪੀਤੇ ਆਪਣੇ ਭਰਾਵਾਂ ਦੇ ਲਈ ਬਿਛਵਾ ਤੋਂ ਜੈਕਟ ਬਣਾਉਣਾ ਜਾਰੀ ਰੱਖਿਆ। ਪਰ ਇੱਕ ਦਿਨ ਰਾਜਕੁਮਾਰ ਦੇ ਚਚੇਰੇ ਭਰਾ ਨੇ ਰਾਜਕੁਮਾਰੀ ਨੂੰ ਚੁੱਭਣ ਵਾਲੇ ਜਾਲ ਨਾਲ ਕੱਪੜਾ ਸਿਲਾਈ ਕਰਦੇ ਵੇਖ ਲਿਆ ਤੇ ਇਸੇ ਲਈ ਉਸਨੇ ਸੋਚਿਆ ਕਿ ਉਹ ਕੋਈ ਚੁੜੈਲ ਹੈ। ਉਸਨੇ ਮਹਿਲ ਵਿੱਚ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹ ਗ੍ਰਿਫਤਾਰ ਹੋ ਜਾਵੇ।
ਸ਼ੁਰੂਆਤ ਵਿੱਚ ਰਾਜਕੁਮਾਰ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਸੀ, ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ ਉਸ ਦੇ ਮਨ ਵਿੱਚ ਵੀ ਸ਼ੰਕਾ ਪੈਦਾ ਹੋਣ ਲੱਗੀ ਤੇ ਇੱਕ ਰਾਤ ਉਹਨੇ ਰਾਜਕੁਮਾਰੀ ਦਾ ਪਿੱਛਾ ਕੀਤਾ ਜਦੋਂ ਮਹਿਲ ਤੋਂ ਬਾਹਰ ਜੰਗਲ ਵੱਲ ਜਾ ਰਹੀ ਸੀ। ਤਾਂ ਇਹ ਅਫਵਾਹਾਂ ਸੱਚ ਸਨ। ਜੇ ਉਹ ਚੁੜੇਲ ਨਹੀਂ ਹੈ ਤਾਂ ਇਹਨੇ ਚੁੱਭਣ ਵਾਲੇ ਰੇਸ਼ੇ ਨੂੰ ਇਕੱਠਾ ਕਿਉਂ ਕਰ ਰਹੀ ਹੈ? ਉਹ ਜ਼ਰੂਰ ਕੋਈ ਜਾਦੂ ਕਰਨ ਲਈ ਇਹਨਾਂ ਨੂੰ ਇਕੱਠਾ ਕਰ ਰਹੀ ਹੈ। ਉਹਨੇ ਤੁਰਤ ਆਪਣੇ ਪਹਿਰੇਦਾਰਾਂ ਨੂੰ ਉਹਨੂੰ ਫੜ ਕੇ ਕਾਲ ਕੋਠਰੀ ਵਿੱਚ ਪਾਉਣ ਦਾ ਹੁਕਮ ਦਿੱਤਾ। ਕਾਲ ਕੋਠਰੀ ਵਿੱਚ ਵੀ ਮੁਟਿਆਰ ਰਾਜਕੁਮਾਰੀ ਨੇ ਚੁਪਕੇ ਜੈਕਟ ਬਣਾਉਣਾ ਜਾਰੀ ਰੱਖਿਆ ਤੇ ਆਖਰਕਾਰ ਇੱਕ ਦਿਨ ਉਹਨੇ ਸਾਰੇ ਜੈਕਟ ਤਿਆਰ ਕਰ ਲਏ। ਅਗਲੇ ਦਿਨ ਉਹ ਰਾਜਕੁਮਾਰੀ ਨੂੰ ਉਸ ਦੇ ਮੁਕੱਦਮੇ ਦੀ ਕਾਰਵਾਈ ਦੇ ਲਈ ਸ਼ਹਿਰ ਦੇ ਕੇਂਦਰ ਵਿੱਚ ਲੈ ਗਏ। ਉਹਨੂੰ ਇੱਥੇ ਮੁਕੱਦਮੇ ਦੇ ਅੰਤ ਵਿੱਚ ਸਜ਼ਾ ਦਿੱਤੀ ਜਾਣੀ ਸੀ, ਪਰ ਉਸੇ ਵੇਲੇ ਜਦੋਂ ਜੱਜ ਆਪਣੇ ਫੈਸਲੇ ਦੀ ਘੋਸ਼ਣਾ ਕਰਨ ਵਾਲਾ ਸੀ, ਅਚਾਨਕ 11 ਜੰਗਲੀ ਹੰਸਾਂ ਨੇ ਉਹਨਾਂ ਦੇ ਕੋਲ ਅਸਮਾਨ ਵਿੱਚ ਉਡਾਨ ਭਰੀ। ਜੰਗਲੀ ਹੰਸਾਂ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਮੇਰੇ ਵੀਰੇ, ਤੁਸੀਂ ਲੋਕ ਆ ਗਏ। ਜੈਕਟ ਮੇਰੀ ਸਕਰਟ ਦੇ ਥੱਲੇ ਹੈ, ਉਹਨੂੰ ਛੇਤੀ ਪਾ ਲਓ। ਸਾਰੇ ਭਰਾਵਾਂ ਨੇ ਜੈਕਟ ਪਾ ਲਏ ਜੋ ਉਹਨਾਂ ਦੀ ਭੈਣ ਦੀ ਸਕਰਟ ਦੇ ਥੱਲੇ ਸੀ ਤੇ ਪਾਉਂਦੇ ਸਾਰ ਇੱਕ ਤੋਂ ਬਾਅਦ ਇੱਕ ਸਾਰੇ ਹੰਸ ਰਾਜਕੁਮਾਰ ਵਿੱਚ ਬਦਲਦੇ ਗਏ। ਬਦਕਿਸਮਤੀ ਨਾਲ ਸਿਰਫ ਇੱਕ ਜੈਕਟ ਵਿੱਚ ਹੱਥਾਂ ਦੇ ਲਈ ਚੁਭਣ ਵਾਲਾ ਰੇਸ਼ਾ ਪੂਰਾ ਨਹੀਂ ਸੀ ਹੋਇਆ। ਸਭ ਤੋਂ ਛੋਟੇ ਭਰਾ ਦੇ ਹੱਥ ਜੰਗਲੀ ਹੰਸ ਦੇ ਪੰਖਾਂ ਦੇ ਰੂਪ ਵਿੱਚ ਰਹਿ ਗਏ। ਦੁਬਾਰਾ ਇਨਸਾਨ ਬਣਨ ਦੇ ਬਾਅਦ ਰਾਜਕੁਮਾਰ ਨੇ ਜੱਜ ਦੇ ਲੋਕਾਂ ਦੇ ਨਾਲ ਜੋ ਕੁਝ ਵੀ ਹੋਇਆ ਸੀ ਉਹ ਸੱਚਾਈ ਨੂੰ ਸਾਹਮਣੇ ਲਿਆਉਣਾ ਸ਼ੁਰੂ ਕੀਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਭੈਣ ਬੇਗੁਨਾਹ ਸੀ। ਰਾਜਕੁਮਾਰ ਨੇ ਵੀ ਮੰਨ ਲਿਆ ਕਿ ਉਹ ਚੁੜੈਲ ਨਹੀਂ ਸੀ। ਉਸਨੇ ਉਹਦੇ ਤੋਂ ਮਾਫੀ ਮੰਗੀ। ਆਪਣੇ ਭਰਾਵਾਂ ਦੀ ਆਜ਼ਾਦੀ ਦੀ ਖੁਸ਼ੀ ਵਿੱਚ ਉਹਨੇ ਰਾਜਕੁਮਾਰ ਨੂੰ ਮਾਫ ਕਰ ਦਿੱਤਾ। ਸਾਰੇ ਇਕੱਠੇ ਮਹਿਲ ਵਿੱਚ ਵਾਪਸ ਆ ਗਏ। ਰਾਜਕੁਮਾਰ ਨੇ ਰਾਜਕੁਮਾਰੀ ਦੇ ਅੱਗੇ ਵਿਆਹ ਦੀ ਪੇਸ਼ਕਸ਼ ਕੀ ਰੱਖੀ। ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੋਗੀ ਰਾਜਕੁਮਾਰੀ? ਹਾਂ ਮੇਰੇ ਰਾਜਕੁਮਾਰ, ਪਰ ਪਹਿਲਾਂ ਮੈਨੂੰ ਆਪਣੇ ਭਰਾਵਾਂ ਦੇ ਨਾਲ ਆਪਣੇ ਪਿਤਾ ਜੀ ਨੂੰ ਮਿਲਣ ਜਾਣਾ ਚਾਹੀਦਾ ਹੈ। ਇਸ ਤਰ੍ਹਾਂ 11 ਭਰਾ ਆਪਣੇ ਪਿਤਾ ਦੇ ਮਹਿਲ ਵਿੱਚ ਚਲੇ ਗਏ। ਉਹਨਾਂ ਦਾ ਪਿਤਾ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਨਾਲੇ ਹੈਰਾਨ ਵੀ। ਬੱਚਿਆਂ ਨੇ ਜੋ ਕੁਝ ਵੀ ਉਹਨਾਂ ਨਾਲ ਹੋਇਆ ਸੀ ਪਿਤਾ ਨੂੰ ਦੱਸਣਾ ਸ਼ੁਰੂ ਕੀਤਾ। ਛੇਤੀ ਕਰੋ ਤੇ ਰਾਣੀ ਨੂੰ ਫੜ ਕੇ ਮੇਰੇ ਕੋਲ ਲਿਆਓ। ਬੱਚਿਆਂ ਦੇ ਬਾਰੇ ਪਤਾ ਚੱਲਣ ਦੇ ਬਾਅਦ ਦੁਸ਼ਟ ਰਾਣੀ ਨੇ ਆਪਣੇ ਪਕੜੇ ਜਾਣ ਦੇ ਡਰ ਤੋਂ ਲੁਕ ਕੇ ਖੁਦ ਨੂੰ ਕਾਂ ਦੇ ਰੂਪ ਵਿੱਚ ਬਦਲ ਲਿਆ ਸੀ ਤੇ ਉੱਡ ਗਈ ਸੀ। ਉਸ ਤੋਂ ਬਾਅਦ ਉਹ ਕਦੇ ਮਹਿਲ 'ਚ ਵਾਪਸ ਨਹੀਂ ਆਈ। ਨੌਜਵਾਨ ਰਾਜਕੁਮਾਰੀ ਨੇ ਆਪਣੇ ਪਿਤਾ ਤੇ ਭਰਾਵਾਂ ਤੋਂ ਵਿਦਾ ਲਈ ਤੇ ਰਾਜਕੁਮਾਰ ਦੇ ਦੇਸ਼ ਵਾਪਸ ਆ ਗਈ। ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਪਿਆਰ ਤੇ ਉਮੀਦ ਬਾਰੇ ਜੰਗਲੀ ਹੰਸਾਂ ਦੀ ਕਹਾਣੀ ਪੀੜ੍ਹੀ ਦਰ ਪੀੜ੍ਹੀ ਸੁਣਾਈ ਜਾਂਦੀ ਹੈ।